किताब विपरण की रीत तो सच दा मार्ग भाग पंजवां। लेखक सरदार गुरबख्श सिंह काला अफगाना। चौथे कांड का 12वां भाग। अड अड नावां दे 5 विकार। आवाज़ गुरजंट सिंह रूपवाली। वाहिगुरू जी का खालसा वाहिगुरू जी की फतेह। पूरी तरह समझ सकण दी सौख लई सारियां संबंधित विषयां दे गुरु शब्दां नूं अड अड करके अर्थां समेत लिखिया गया है। पहला जरूरी विषा 5 ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਦਾ ਹੈ। ਇਹਨਾਂ ਪੰਜਾਂ ਦੇ ਪ੍ਰਭਾਵ ਵਿੱਚ ਆ ਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪਿਆ ਧੱਕੇ ਖਾ ਰਿਹਾ ਹੈ। ਜੀਵਾਂ ਨੂੰ ਇਸ ਗੇੜ ਵਿੱਚ ਪਾਉਣ ਵਾਲੇ ਕਾਦਰ ਦੇ ਹੀ ਬਣਾਏ ਹੋਏ ਇਹਨਾਂ ਪੰਜਾਂ ਹੀ ਵਿਕਾਰਾਂ ਦੀ ਅੱਡ ਅੱਡ ਵਿਚਾਰ ਪੁਸਤਕ ਦੇ 7ਵੇਂ ਭਾਗ ਵਿੱਚ ਕੀਤੀ ਗਈ ਹੈ। ਇੱਥੇ ਇਹਨਾਂ ਪ੍ਰਤੀ ਸਤਿਗੁਰਾਂ ਦੇ ਉਪਦੇਸ਼ ਤੋਂ ਸਿੱਖਿਆ ਲੈਣ ਦੇ ਨਾਲ ਇਹ ਜਾਣਕਾਰੀ ਵੀ ਹੋਵੇਗੀ ਕਿ ਗੁਰਬਾਣੀ ਵਿੱਚ ਇਹਨਾਂ ਪੰਜਾਂ ਵਿਕਾਰਾਂ ਨੂੰ ਕਿਹੜੇ ਕਿਹੜੇ ਨਾਮ ਦਿੱਤੇ ਹੋਏ ਹਨ। ਭਾਗੂੜਾ 5 ਵਿਕਾਰ। ਪੰਚ ਵਿਕਾਰ ਮਨ ਮੈਂ ਬਸੇ ਅਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ। ਪੰਨਾ 297। ਗੁਰਦੇਵ ਜੀ ਦਾ ਫਰਮਾਨ ਹੈ, ਜਿਹੜੇ ਮਨੁੱਖ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ ਉਹਨਾਂ ਦੇ ਮਨ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ 5 ਵਿਕਾਰ ਟਿਕੇ ਰਹਿੰਦੇ ਹਨ। ਪਰ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ। ਜਪ ਗੋਬਿੰਦ ਸੰਗੀ ਸਭ ਤਾਰੇ ਬਹੁਤ ਨਾਹੀ ਪੰਚ ਬਟਵਾਰੇ। ਪੰਨਾ 760। ਅਰਥ, ਇਹ ਭਾਈ ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। ਜਿਹੜਾ ਜਪਦਾ ਹੈ ਉਹ ਆਪਣੇ ਸਾਰੇ ਸਾਥੀਆਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਪੰਜੇ ਲੁਟੇਰੇ ਉਸ ਉੱਤੇ ਦਬਾਅ ਨਹੀਂ ਪਾ ਸਕਦੇ। ਪੰਜ ਦੂਤ ਮੋਹੇ ਸੰਸਾਰਾ ਮਨਮੁਖ ਅੰਧੇ ਸੁਧ ਨਾ ਸਾਰਾ ਗੁਰਮੁਖ ਹੋਵੈ ਸੋ ਆਪਣਾ ਘਰ ਰਾਖੈ। ਪੰਜ ਦੂਤ ਸ਼ਬਦ ਪਚਾਵਣਿਆ। ਪੰਨਾ 113। ਅਰਥ, ਕਾਮਾਦਿਕ 5 ਵੈਰੀ ਜਗਤ ਦੇ ਆਤਮਿਕ ਜੀਵਨ ਨੂੰ ਲੁੱਟ ਰਹੇ ਹਨ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅਤੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਨੂੰ ਨਾ ਅਕਲ ਹੈ ਨਾ ਉਸ ਨੂੰ ਇਸ ਲੁੱਟ ਦੀ ਖਬਰ ਹੈ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਗੁਰੂ ਦੇ ਸ਼ਬਦ ਗਿਆਨ ਵਿੱਚ ਜੁੜ ਕੇ ਪੰਜਾਂ ਵੈਰੀਆਂ ਦਾ ਨਾਸ਼ ਕਰ ਲੈਂਦਾ ਹੈ। ਮੰਗਲਵਾਰੇ ਲੈ ਮਾਹੀਤ ਪੰਜ ਚੋਰ ਕੀ ਜਾਣੇ ਰੀਤ ਘਰ ਛੋਡੇ ਬਾਹਰ ਜਿਨ ਜਾਏ ਨਾਤਰ ਖਰਾ ਰਿਸੇ ਹੈ ਰਾਏ। ਪੰਨਾ 344। ਅਰਥ, ਹਰੀ ਦੇ ਗੁਣ ਬਾਰ-ਬਾਰ ਗਾ ਕੇ ਮਨੁੱਖ ਆਪਣੇ ਮਨ ਦੇ ਦੁਆਲੇ ਸਿਫਤ ਸਲਾਹ ਦਾ ਮਨ ਨੂੰ ਕਿਲ੍ਹਾ ਬਣਾ ਲੈਂਦਾ ਹੈ। ਕਾਮਾਦਿਕ 5 ਚੋਰਾਂ ਦਾ ਹੱਲਾ ਕਰਨ ਦਾ ਢੰਗ ਸਮਝ ਲੈਂਦਾ ਹੈ। ਇਸ ਤਰ੍ਹਾਂ ਉਹਨਾਂ ਦਾ ਵਾਰ ਨਹੀਂ ਆਉਣ ਦਿੰਦਾ। ਹੇ ਭਾਈ, ਤੂੰ ਵੀ ਸਿਮਰਨ ਰੂਪ ਕਿਲ੍ਹੇ ਨੂੰ ਛੱਡ ਕੇ ਬਾਹਰ ਨਾ ਜਾਈਂ। ਭਾਵ ਪ੍ਰਭੂ ਚਰਨਾਂ ਦਾ ਆਸਰਾ ਭੁੱਲ ਕੇ ਆਪਣੇ ਮਨ ਨੂੰ ਬਾਹਰ ਭਟਕਣ ਨਾ ਦੇਈਂ, ਨਹੀਂ ਤਾਂ ਇਹ ਮਨ ਵਿਕਾਰਾਂ ਵਿੱਚ ਪੈ ਕੇ ਬੜਾ ਦੁਖੀ ਹੋਵੇਗਾ। ਏਕ ਕੋਟ ਪੰਜ ਸਿੱਖ ਦਾਰਾ ਪੰਚੇ ਮੰਗੇ ਹਾਲਾ ਜਿਮੀ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ। ਪੰਨਾ 793। ਅਰਥ, ਮਨੁੱਖ ਦਾ ਇਹ ਸਰੀਰ ਮਾਨੋ ਇੱਕ ਕਿਲ੍ਹਾ ਹੈ ਜਿਸ ਵਿੱਚ 5 ਕਾਮਾਦਿਕ ਚੌਧਰੀ ਵੱਸਦੇ ਹਨ। ਪੰਜੇ ਹੀ ਇਸ ਮਨੁੱਖ ਪਾਸੋਂ ਮਾਮਲਾ ਮੰਗਦੇ ਹਨ। ਭਾਵ ਇਹ ਪੰਜੇ ਇਸ ਨੂੰ ਖੁਆਰ ਕਰਦੇ ਫਿਰਦੇ ਹਨ। ਪਰ ਆਪਣੇ ਸਤਿਗੁਰਾਂ ਦੀ ਕਿਰਪਾ ਨਾਲ ਮੈਂ ਇਹਨਾਂ ਪੰਜਾਂ ਵਿੱਚੋਂ ਕਿਸੇ ਦਾ ਵੀ ਮੁਜ਼ਾਹਰਾ ਨਹੀਂ ਬਣਿਆ। ਭਾਵ ਮੈਂ ਕਿਸੇ ਦੇ ਵੀ ਦਬਾਅ ਵਿੱਚ ਨਹੀਂ ਆਇਆ। ਇਸ ਵਾਸਤੇ ਕਿਸੇ ਦਾ ਮਾਮਲਾ ਭਰਨਾ ਮੇਰੇ ਲਈ ਔਖਾ ਹੈ। ਭਾਵ ਇਹਨਾਂ ਵਿੱਚੋਂ ਕੋਈ ਵਿਕਾਰ ਮੈਨੂੰ ਕੁਰਾਏ ਨਹੀਂ ਪਾ ਸਕਦਾ। ਗੁਰ ਕੋ ਸ਼ਬਦ ਮੇਰੇ ਹੀਅਰੈ ਬਸੈ ਹਰ ਨਾਮਾ ਮਨ ਸੰਗ ਧਰੋ ਤਸਕਰ ਪੰਚ ਨਿਵਾਰੋ ਠਾਕੁਰ ਸਗਲੋ ਭਰਮਾ ਮੋਹਿ ਜਰੋ। ਪੰਨਾ 828। ਅਰਥ, ਹੇ ਪ੍ਰਭੂ, ਮੇਰੇ ਉੱਤੇ ਮਿਹਰ ਕਰੋ। ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿੱਚ ਸਦਾ ਵਸਦਾ ਰਹੇ। ਹੇ ਹਰੀ, ਆਪਣਾ ਨਾਮ ਮੇਰੇ ਮਨ ਵਿੱਚ ਟਿਕਾਈ ਰੱਖ। ਹੇ ਠਾਕੁਰ, ਮੇਰੇ ਅੰਦਰੋਂ ਕਾਮਾਦਿਕ ਪੰਜੇ ਤਸਕਰ ਚੋਰ ਕੱਢ ਦੇ। ਮੇਰੀ ਸਾਰੀ ਭਟਕਣਾ ਅੱਗ ਵਿੱਚ ਸਾੜ ਦੇ। 5 ਸਿੰਘ ਰਾਖੇ ਪ੍ਰਭ ਮਾਰ 10 ਬਗਿਆੜੀ ਲਈ ਨਿਵਾਰ 3 ਆਵਰਤ ਕੀ ਚੂਕੀ ਘੇਰ ਸਾਧ ਸੰਗ ਚੂਕੇ ਭੈ ਫੇਰ। ਪੰਨਾ 899।
ਅਰਥ, ਜਿਉਂ-ਜਿਉਂ ਮੈਂ ਪ੍ਰਭੂ ਨੂੰ ਸਿਮਰਿਆ ਹੈ, ਪ੍ਰਭੂ ਨੇ ਮੇਰੇ ਅੰਦਰੋਂ 5 ਕਾਮਾਦਿਕ ਸ਼ੇਰ ਮਾਰ ਮੁਕਾਏ ਹਨ। 10 ਇੰਦਰੀਆਂ ਦਾ ਦਬਾਅ ਵੀ ਮੇਰੇ ਉੱਤੋਂ ਦੂਰ ਕਰ ਦਿੱਤਾ ਹੈ। ਮਾਇਆ ਦੇ 3 ਗੁਣਾਂ ਦੀ ਘੁੰਮਣ ਘੇਰੀ ਦਾ ਚੱਕਰ ਵੀ ਮੁੱਕ ਗਿਆ ਹੈ। ਗੁਰੂ ਦੀ ਸੰਗਤ ਵਿੱਚ ਰਹਿਣ ਕਰਕੇ ਜਨਮ ਮਰਨ ਦੇ ਗੇੜ ਦੇ ਸਾਰੇ ਡਰ ਖਤਮ ਹੋ ਗਏ ਹਨ। ਅੰਤਰ 5 ਅਗਨ ਕਿਉਂ ਧੀਰਜ ਧੀਜੈ, ਅੰਤਰ ਚੋਰ ਕਿਉਂ ਸਾਧ ਲਹੀਜੈ, ਗੁਰਮੁਖ ਹੋਏ ਕਾਇਆ ਗੜ ਲੀਜੈ। ਪੰਨਾ 905। ਅਰਥ, ਜਿੰਨਾ ਚਿਰ ਕਾਮਾਦਿਕ 5 ਵਿਕਾਰਾਂ ਦੀ ਅੱਗ ਅੰਤਰ ਆਤਮੇ ਭੜਕ ਰਹੀ ਹੋਵੇ, ਉਹਨਾਂ ਚਿਰ ਮਨ ਧੀਰਜ ਨਹੀਂ ਧਾਰ ਸਕਦਾ। ਜਿੰਨਾ ਚਿਰ ਮੋਹ ਚੋਰ ਅੰਦਰ ਵਸ ਰਿਹਾ ਹੈ, ਆਤਮਿਕ ਆਨੰਦ ਨਹੀਂ ਮਿਲ ਸਕਦਾ। ਗੁਰੂ ਦੀ ਸ਼ਰਨ ਪੈ ਕੇ ਇਸ ਸਰੀਰ ਕਿਲੇ ਨੂੰ ਜਿੱਤੇ, ਇਸ ਵਿੱਚ ਆਕੀ ਹੋਇਆ ਮਨ ਵਸ ਵਿੱਚ ਆ ਜਾਵੇਗਾ ਤੇ ਆਤਮਿਕ ਆਨੰਦ ਮਿਲੇਗਾ। 5 ਮਜਮੀ ਜੋ ਪੰਚਨ ਰਾਖੈ, ਮਿਥਿਆ ਰਸਨਾ ਨਿਤ ਉਠ ਭਾਖੈ, ਚੱਕਰ ਬਣਾਏ ਕਰੇ ਪਾਖੰਡ, ਚੁਰ ਚੁਰ ਪਚੈ ਜੈਸੇ ਤ੍ਰੇ ਰੰਡ। ਪੰਨਾ 1151। ਅਰਥ, ਪ੍ਰਭੂ ਦੀ ਯਾਦ ਭੁਲਾ ਕੇ ਜਿਹੜੇ ਮਨੁੱਖ ਆਪਣੇ ਸਰੀਰ ਉੱਤੇ ਗਣੇਸ਼ ਆਦਿਕ ਦੇ ਨਿਸ਼ਾਨ ਬਣਾ ਕੇ ਆਪਣੇ ਧਰਮੀ ਹੋਣ ਦਾ ਵਿਖਾਵਾ ਕਰਦਾ ਹੈ, ਉਹ ਅਸਲ ਵਿੱਚ ਅੰਦਰੇ ਅੰਦਰ ਮਾਇਆ ਦੀ ਖਾਤਰ ਤਰਲੇ ਲੈ ਲੈ ਕੇ ਸੜਦਾ ਰਹਿੰਦਾ ਹੈ। ਜਿਵੇਂ ਵਿਧਵਾ ਇਸਤਰੀ ਪਤੀ ਤੋਂ ਬਿਨਾਂ ਸਦਾ ਦੁਖੀ ਰਹਿੰਦੀ ਹੈ, ਉਹ ਮਨੁੱਖ ਅਸਲ ਵਿੱਚ ਕਾਮਾਦਿਕ 5 ਪੀਰਾਂ ਦਾ ਉਪਾਸ਼ਕ ਹੁੰਦਾ ਹੈ, ਕਿਉਂਕਿ ਇਹਨਾਂ ਪੰਜਾਂ ਨੂੰ ਆਪਣੇ ਹਿਰਦੇ ਵਿੱਚ ਸਾਂਭੀ ਰੱਖਦਾ ਹੈ ਤੇ ਸਦਾ ਗਿਣ ਮਿਥ ਕੇ ਆਪਣੀ ਜੀਭ ਨਾਲ ਝੂਠ ਬੋਲਦਾ ਹੈ। ਸਦੀਵੀ ਸੱਚ ਵਾਲਾ ਇਹ ਫਰਮਾਨ ਹਰ ਉਸ ਮਨੁੱਖ ਵਾਸਤੇ ਹੈ ਜੋ ਵਿਖਾਵੇ ਲਈ ਧਾਰਮਿਕ ਚਿੰਨ੍ਹਾਂ ਵਾਲਾ ਪਹਿਰਾਵਾ ਰੱਖਦਾ ਹੈ, ਪਰ ਆਚਰਣ ਹਰ ਪੱਖੋਂ ਢਿੱਲਾ ਹੈ। ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਨ ਵਿੱਚ ਦਈ ਖੜੋਵਾ, ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ, ਦਿਨ ਰੈਣ ਨਾਮ ਤੇ ਆਇਂਦਾ ਫਿਰ ਪਾਏ ਨਾ ਮੋਵਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਪੰਨਾ 1193। ਕਬੀਰ ਐਸਾ ਕੋਈ ਨਾ ਜਨਮਿਓ, ਆਪਣੇ ਘਰ ਲਾਵੇ ਆਗ, ਪਾਂਚੋਂ ਲੜਕਾ ਜਾਰ ਕੈ ਰਹੇ ਰਾਮ ਲਿਵ ਲਾਗ। ਪੰਨਾ 1366। ਅਰਥ, ਹੈ ਕਬੀਰ, ਜਗਤ ਵਿੱਚ ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ ਤੇ ਕਾਮਾਦਿਕ ਮਾਇਆ ਦੇ 5 ਹੀ ਪੁੱਤਰਾਂ ਨੂੰ ਸਾੜ ਕੇ ਪਰਮਾਤਮਾ ਦੀ ਯਾਦ ਵਿੱਚ ਸੁਰਤ ਜੋੜੀ ਰੱਖਦਾ ਹੈ। ਭਾਗੜਾ 5 ਗਿਆਨ ਇੰਦਰੇ, ਏਕਾ ਸੰਗਤ ਇਕਤ ਗ੍ਰਹਿ ਬਸਤੇ, ਮਿਲ ਬਾਤ ਨ ਕਰਤੇ ਭਾਈ, ਏਕ ਬਸਤ ਬਿਨ ਪੰਚ ਦੁਹੇਲੇ, ਉਹ ਬਸਤ ਅਗੋਚਰ ਠਾਈ, ਜਿਨ ਕੇ ਬੰਧਨ ਕਾਟੇ ਸਤਿਗੁਰ, ਤਿਨ ਸਾਧ ਸੰਗਤ ਲਿਵ ਲਾਈ, ਪੰਚ ਜਨਾ ਮਿਲ ਮੰਗਲ ਗਾਇਆ, ਹਰ ਨਾਨਕ ਭੇਦ ਨ ਪਾਈ। ਪੰਨਾ 205। ਅਰਥ, ਆਤਮਾ ਅਤੇ ਪਰਮਾਤਮਾ ਦੀ ਇੱਕੋ ਹੀ ਸੰਗਤ ਹੈ। ਦੋਵੇਂ ਇੱਕ ਹੀ ਹਿਰਦੇ ਘਰ ਵਿੱਚ ਵਸਦੇ ਹਨ, ਪਰ ਆਪ ਵਿੱਚ ਮਿਲ ਕੇ ਕਦੇ ਗੱਲ ਨਹੀਂ ਕਰਦੇ। ਇੱਕ ਨਾਮ ਪਦਾਰਥ ਤੋਂ ਬਿਨਾਂ ਜੀਵ ਦੇ 5 ਹੀ ਗਿਆਨ ਇੰਦਰੇ ਦੁਖੀ ਰਹਿੰਦੇ ਹਨ। ਉਹ ਨਾਮ ਪਦਾਰਥ ਅਜਿਹੇ ਥਾਂ ਵਿੱਚ ਹੈ ਜਿੱਥੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ। ਗੁਰਦੇਵ ਜੀ ਦਾ ਫਰਮਾਨ ਹੈ ਕਿ ਜਿਨ੍ਹਾਂ ਦੇ ਤੂੰ ਮਾਇਆ ਦੇ ਬੰਧਨ ਕੱਟ ਦਿੱਤੇ, ਉਹਨਾਂ ਨੇ ਸਾਧ ਸੰਗਤ ਵਿੱਚ ਟਿਕ ਕੇ ਪ੍ਰਭੂ ਨਾਲ ਪ੍ਰੀਤ ਬਣਾਈ। ਉਹਨਾਂ ਦੇ 5 ਗਿਆਨ ਇੰਦਰੀਆਂ ਨੇ ਮਿਲ ਕੇ ਸਿਫਤ ਸਲਾਹ ਦਾ ਗੀਤ ਗਾਇਆ। ਉਹਨਾਂ ਵਿੱਚ ਤੇ ਹਰੀ ਵਿੱਚ ਕੋਈ ਵੇਥ ਨਾ ਰਹਿ ਗਈ। ਮਨ ਮੈਂ ਜੋਤ, ਜੋਤ ਮੈਂ ਮਨੂਆ, ਪੰਚ ਮਿਲੇ ਗੁਰ ਭਾਈ, ਨਾਨਕ ਤਿਨ ਕੈ ਸੰਦ ਬਲਹਾਰੀ, ਜਿਨ ਏਕ ਸ਼ਬਦ ਲਿਵ ਲਾਈ। ਪੰਨਾ 879। ਅਰਥ, ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਵਿੱਚ ਸੁਰਤ ਜੋੜੀ ਹੈ। ਉਹਨਾਂ ਦੇ ਮਨ ਵਿੱਚ ਅਕਾਲ ਪੁਰਖ ਦੀ ਜੋਤ ਪ੍ਰਗਟ ਹੋ ਜਾਂਦੀ। ਪਰਮਾਤਮਾ ਦੀ ਯਾਦ ਵਿੱਚ ਉਹਨਾਂ ਦਾ ਮਨ ਸਦਾ ਲੀਨ ਰਹਿੰਦਾ ਹੈ। ਉਹਨਾਂ ਦੇ 5 ਗਿਆਨ ਇੰਦਰੇ ਇੱਕੋ ਇਸ਼ਟ ਵਾਲੇ ਹੋ ਕੇ ਭਟਕਣੋਂ ਹਟ ਜਾਂਦੇ ਹਨ। ਮੁੰਦਰਾਂ ਤੇ ਘਟ ਭੀਤਰ ਮੁੰਦਰਾਂ, ਕਾਇਆ ਕੀਜੇ ਖਿੰਦਾਤਾ, ਪੰਚ ਚੇਲੇ ਵਸ ਕੀਜੇ ਰਾਵਲ, ਇਹ ਮਨ ਕੀਜੇ ਡੰਡਾਤਾ। ਪੰਨਾ 155। ਅਰਥ, हे ਰਾਵਲ, ਆਪਣੇ ਸਰੀਰ ਦੇ ਅੰਦਰ ਹੀ ਮੰਦੀਆਂ ਵਾਸ਼ਨਾ ਨੂੰ ਰੋਕ। ਇਹ ਹਨ ਅਸਲ ਮੁੰਦਰਾਂ।
ਸਰੀਰ ਨੂੰ ਨਾਸ਼ਵੰਤ ਸਮਝ ਇਹ ਯਕੀਨ ਨੂੰ ਗੋਦੜੀ ਬਣਾ। ਹੇ ਰਾਵਲ, ਤੁਸੀਂ ਹੋਰਨਾਂ ਨੂੰ ਚੇਲੇ ਬਣਾਉਂਦੇ ਹੋ, ਆਪਣੇ ਪੰਜੇ ਗਿਆਨ ਇੰਦਰੀਆਂ ਨੂੰ ਵਸ ਵਿੱਚ ਕਰੋ। ਚੇਲੇ ਬਣਾਓ, ਆਪਣੇ ਮਨ ਨੂੰ ਡੰਡਾ ਬਣਾਓ ਤੇ ਲੱਕੜ ਦੇ ਡੰਡੇ ਦੇ ਥਾਂ ਮਨ ਨੂੰ ਡੰਡਾ ਬਣਾਓ। ਭਾਵ ਜਿਵੇਂ ਡੰਡਾ ਹੱਥ ਵਿੱਚ ਕਾਬੂ ਕੀਤਾ ਹੁੰਦਾ ਹੈ, ਉਵੇਂ ਹੀ ਮਨ ਨੂੰ ਕਾਬੂ ਵਿੱਚ ਰੱਖੋ। ਸੁਕਰਤ ਸਹਾਰੇ ਸੋ ਇਹ ਬ੍ਰਤ ਚੜ੍ਹੈ, ਅਨ ਦਿਨ ਆਪ ਸਿਉ ਲੜੇ। ਸੁਰਖੀ ਪਾਂਚੋਂ ਰਾਖੈ ਸਭੈ, ਤਉ ਦੂਜੀ ਦ੍ਰਿਸ਼ਟ ਨ ਪੈਸੇ ਕਭੈ। ਪੰਨਾ 344। ਅਰਥ, ਬਾਰ-ਬਾਰ ਗੁਰੂ ਦੇ ਗੁਣ ਗਾ ਕੇ ਮਨੁੱਖ ਇਹ ਸਿਫਤ ਸਲਾਹ ਦੀ ਨੇਕ ਕਮਾਈ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦਾ ਹੈ ਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ, ਭਾਵ ਆਪਣੇ ਮਨ ਨੂੰ ਮੁੜ-ਮੁੜ ਵਿਕਾਰਾਂ ਵੱਲੋਂ ਰੋਕਦਾ ਹੈ। ਪੰਜਾਂ ਹੀ ਗਿਆਨ ਇੰਦਰੀਆਂ ਨੂੰ ਵਸ ਵਿੱਚ ਰੱਖਦਾ ਹੈ ਤਾਂ ਕਿਸੇ ਉੱਤੇ ਵੀ ਕਦੇ ਉਸ ਦੀ ਮੇਰ ਤੇਰ ਦੀ ਨਿਗਾਹ ਨਹੀਂ ਪੈਂਦੀ। ਕੂਟਾ ਏਕ ਪੰਚ ਪਨਹਾਰੀ, ਟੂਟੀ ਲਾਜ ਭਰੇ ਮਤ ਹਾਰੀ। ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੂਟਾ ਨਾ ਪਨਹਾਰੀ। ਪੰਨਾ 325। ਗੁਰ ਸਾਗਰੋ ਰਤਨਾਗਰ, ਤਿਤ ਰਤਨ ਕਣੇਰੇ ਰਾਮ। ਕਰ ਮਜਨੋ ਸਬਤ ਸਰੇ, ਮਨ ਨਿਰਮਲ ਮੇਰੇ ਰਾਮ। ਨਿਰਮਲ ਜਲ ਨਾਏ, ਜਾਂ ਪ੍ਰਭ ਪਾਏ, ਪੰਚ ਮਿਲੇ ਵਿਚਾਰੇ। ਕਾਮ ਕ੍ਰੋਧ ਕਪਟ ਬਿਖਿਆ ਤਜ, ਸਚ ਨਾਮ ਉਰ ਤਾਰੇ। ਹਉਮੈ ਲੋਭ ਲਹਿਰ ਲਭ ਥਾਕੇ, ਪਾਹੇ ਦੀਨ ਦਇਆਲਾ। ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ, ਸਾਚੇ ਗੁਰ ਗੋਪਾਲਾ। ਪੰਨਾ 437। ਤਰਵਰ ਕਾਇਆ ਪੰਖ ਮਨ, ਤਰਵਰ ਪੰਖੀ ਪੰਚ। ਤਤ ਚੁਗੇ ਮਿਲ ਏਕ ਸੇ, ਤਿਨ ਕੋ ਫਾਂਸ ਨ ਰੰਚ। ਉਡੇ ਤਾਂ ਬੇਗੁਲ ਬੇਗੁਲੇ, ਤਾਕੇ ਚੋਗ ਕਣੀ। ਪੰਖ ਟੁੱਟੇ ਫਾਹੀ ਪੜੀ, ਅਵਗਣ ਭੀੜ ਬਣੀ। ਬਿਨ ਸਾਚੇ ਕਿਉ ਛੂਟੀਏ, ਹਰ ਗੁਣ ਕਰਮ ਮਣੀ। ਆਪ ਛਡਾਏ ਛੂਟੀਏ, ਵੱਡਾ ਆਪ ਧਣੀ। ਗੁਰ ਪ੍ਰਸਾਦੀ ਛੂਟੀਏ, ਕਿਰਪਾ ਆਪ ਕਰੇ। ਆਪਣੇ ਹਾਥ ਵਡਿਆਈਆਂ, ਜੈ ਭਾਵੈ ਤੈਂਦੇ। ਪੰਨਾ 934। ਪੰਖੀ ਪੰਚ ਉਡਰ ਨਹੀਂ ਧਾਵੇਂ, ਸਫਲਿਓ ਬਿਰਖ ਅੰਮ੍ਰਿਤ ਫਲ ਪਾਵੇਂ। ਗੁਰਮੁਖ ਸਹਿਜ ਰਵੇ ਗੁਣ ਗਾਵੇ, ਹਰਸ ਚੋਗ ਚੁਗਾਏਂਦਾ। ਪੰਨਾ 1033। ਪੰਚ ਬੈਲ ਗੜੀਆ ਦੇਹ ਧਾਰੀ, ਆਰਾਮ ਕਲਾ ਨਿਭੇ ਪਤ ਸਾਰੀ। ਧਰ ਟੂਟੀ ਗਾਡੋ ਸਿਰ ਭਾਰ, ਲੱਕਰੀ ਬਿਖਰ ਜਰੀ ਮੰਝ ਭਾਰ। ਪੰਨਾ 879। ਭਾਗੀੜੀ ਪੰਜ ਸ਼ੁਭ ਗੁਣ, ਪੰਚ ਮਨਾਏ ਪੰਚ ਰੁਸਾਏ, ਪੰਚ ਵਸਾਏ ਪੰਚ ਗਵਾਏ। ਪੰਨਾ 430। ਅਰਥ, ਜਿਸ ਮਨੁੱਖ ਨੂੰ ਗੁਰੂ ਨੇ ਗਿਆਨ ਦੀ ਦਾਤ ਦਿੱਤੀ, ਉਸ ਮਨੁੱਖ ਨੇ ਆਪਣੇ ਸਰੀਰ ਨਗਰ ਵਿੱਚ ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ਇਹ ਪੰਜੇ ਪ੍ਰਫੁੱਲਤ ਕਰ ਲਏ ਤੇ ਕਾਮਾਦਿਕ ਪੰਜੇ ਵਿਕਾਰ ਨਾਰਾਜ਼ ਕਰ ਲਏ। ਸਤ, ਸੰਤੋਖ ਆਦਿਕ ਪੰਜ ਆਪਣੇ ਸਰੀਰ ਨਗਰ ਵਿੱਚ ਵਸਾ ਲਏ ਤੇ ਪੰਜੇ ਵਿਕਾਰ ਕੱਢ ਦਿੱਤੇ। ਇਹ ਭਵਜਲ ਜਗਤ ਸ਼ਬਦ ਗੁਰ ਤਰੀਏ, ਅੰਤਰ ਕੀ ਦੁਬਦਾ ਅੰਤਰ ਜਰੀਏ। ਪੰਚ ਬਾਣ ਲੈ ਜਮ ਕੋ ਮਾਰੇ, ਗਗਨੰਤਰ ਧਣਖ ਚੜਾਇਆ। ਪੰਨਾ 1042। ਅਰਥ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ। ਗੁਰੂ ਦੇ ਸ਼ਬਦ ਗਿਆਨ ਦੀ ਬਰਕਤ ਨਾਲ ਮਨੁੱਖ ਦੀ ਅੰਦਰਲੀ ਅਸ਼ਾਂਤੀ ਅੰਦਰ ਹੀ ਸੜ ਜਾਂਦੀ ਹੈ। ਉਹ ਮਨੁੱਖ ਆਪਣੇ ਚਿੱਤ ਆਕਾਸ਼ ਵਿੱਚ ਗੁਰੂ ਦੇ ਸ਼ਬਦ ਰੂਪ ਧਨਖ ਨੂੰ ਅਜਿਹਾ ਕੱਸਦਾ ਹੈ ਕਿ ਸਤ, ਸੰਤੋਖ, ਦਇਆ, ਧਰਮ ਅਤੇ ਧੀਰਜ ਦੇ ਪੰਜ ਤੀਰ ਲੈ ਕੇ ਜਮ ਨੂੰ, ਮੌਤ ਦੇ ਡਰ ਨੂੰ, ਆਤਮਿਕ ਮੌਤ ਨੂੰ ਮਾਰ ਲੈਂਦਾ ਹੈ। ਭਾਗ ਸੱਸਾ ਪੰਜ ਸ਼ਬਦ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੇ ਸ਼ਬਦ ਵਾਜੇ। ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ। ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ। ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤਹ ਸੁਖ ਹੋਵਾ। ਤਿਤ ਘਰ ਅਨਹਦ ਵਾਜੇ। ਪੰਨਾ 917। ਪੰਚੇ ਸ਼ਬਦ ਅਨਾਹਦ ਬਾਜੇ, ਸੰਗੇ ਸਾਰੰਗ ਪਾਣੀ। ਕਬੀਰ ਦਾਸ ਤੇਰੀ ਆਰਤੀ ਕੀਨੀ, ਨਿਰੰਕਾਰ ਨਿਰਬਾਨੀ। ਪੰਨਾ 1350। ਅਰਥ, ਹੇ ਵਾਸ਼ਨਾ ਰਹਿਤ ਨਿਰੰਕਾਰ, ਹੇ ਸਾਰੰਗ ਪਾਣ, ਮੈਂ ਤੇਰੇ ਦਾਸ ਕਬੀਰ ਨੇ ਵੀ ਤੇਰੀ ਇਹੋ ਜਿਹੀ ਆਰਤੀ ਕੀਤੀ ਹੈ ਜਿਸ ਦੀ ਬਰਕਤ ਨਾਲ
ਤੂੰ ਮੈਨੂੰ ਅੰਗ ਸੰਗ ਦਿਸ ਰਿਹਾ ਹੈ ਤੇ ਮੇਰੇ ਅੰਦਰ ਇੱਕ ਐਸਾ ਆਨੰਦ ਬਣ ਰਿਹਾ ਹੈ ਮਾਨੋ 5 ਕਿਸਮਾਂ ਦੇ ਮਿਲਵੇਂ ਸਾਜ਼ ਮੇਰੇ ਅੰਦਰ ਇੱਕ ਰਸ ਵੱਜ ਰਹੇ ਹਨ। ਭਾਗ ਹਾਹਾ। 5 ਠੱਗ। ਮਹੱਲਾ ਪਹਿਲਾ। ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇੰਨੀ ਠੱਗੀ ਜਗ ਠੱਗਿਆ ਕਿਨੇ ਨ ਰੱਖੀ ਲਾਜ। ਇਨਾ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ, ਨਾਨਕ ਕਰਮਾ ਬਾਹਰੇ ਹੋਰ ਕਿਤੇ ਮੁੱਠੇ ਜਾਹੇ। ਪੰਨਾ 1288। ਅਰਥ ਰਾਜ ਧਨ ਸੁੰਦਰਤਾ ਉੱਚੀ ਜਾਤ ਤੇ ਜਵਾਨੀ, ਇਹ ਪੰਜੇ ਹੀ ਮਾਨੋ ਠੱਗ ਹਨ। ਇਹਨਾਂ ਠੱਗਾਂ ਨੇ ਜਗਤ ਨੂੰ ਠੱਗ ਲਿਆ ਹੈ। ਜੋ ਵੀ ਇਹਨਾਂ ਦੇ ਅੱਡੇ ਚੜ੍ਹਿਆ ਕਿਸੇ ਨੇ ਇਹਨਾਂ ਤੋਂ ਆਪਣੀ ਇੱਜ਼ਤ ਨਹੀਂ ਬਚਾਈ। ਪਰ ਇਹਨਾਂ ਠੱਗਾਂ ਨੂੰ ਵੀ ਉਹ ਠੱਗ ਭਾਵ ਸਿਆਣੇ ਬੰਦੇ ਠੱਗ ਜਾਂਦੇ ਹਨ। ਭਾਵ ਉਹ ਸਿਆਣੇ ਬੰਦੇ ਇਹਨਾਂ ਦੀ ਚਾਲ ਵਿੱਚ ਨਹੀਂ ਆਉਂਦੇ ਜੋ ਸਤਿਗੁਰ ਦੀ ਸ਼ਰਨ ਆਉਂਦੇ ਹਨ। ਪਰ ਬੇਅੰਤ ਮੰਦਭਾਗੀ ਬੰਦੇ ਇਹਨਾਂ ਦੇ ਢਹੇ ਚੜ੍ਹ ਕੇ ਲੁੱਟੇ ਜਾ ਰਹੇ ਹਨ। 5 ਗਿਣਤੀ ਦੇ ਇੰਨੇ ਸ਼ਬਦ ਲਿਖਣ ਵਾਲੇ ਗੁਰਦੇਵ ਜੀ 6ਵੇਂ ਸਿੱਖ ਦੇ ਸੀਸ ਦੀ ਮੰਗ ਕਿਵੇਂ ਕਰਦੇ? ਭਾਈ ਗੁਰਦਾਸ ਜੀ। 5 ਗਿਣਤੀ। ਕਾਮ ਕ੍ਰੋਧ ਅਹੰਕਾਰ ਸਾਧ, ਲੋਭ ਮੋਹ ਦੀ ਜੋਹ ਮਿਟਾਈ, ਸਤ ਸੰਤੋਖ ਦਇਆ ਧਰਮ ਅਰਥ ਸਮਰੱਥ ਸੁਗਰਭ ਸਮਾਈ। ਪੰਜੇ ਤਤ ਉਲੰਘਿਆ 5 ਸ਼ਬਦ ਵੱਜੀ ਬਾਧਾਈ, ਪੰਜੇ ਮੁੰਦਰਾਂ ਵਸ ਕਰ ਪੰਚਾਇਣ ਹੋਏ ਦੇਸ ਦੁਹਾਈ। ਪਰਮੇਸ਼ਰ ਹੈ 5 ਮਿਲ, ਲੇਖ ਆਲੇਖ ਨਾ ਕੀਮਤ ਪਾਈ। 5 ਮਿਲੇ ਪਰ ਪੰਚ ਤਜ, ਅਨਹਦ ਸ਼ਬਦ ਸ਼ਬਦ ਲਿਵ ਲਾਈ। ਸਾਧ ਸੰਗਤ ਸੋਹਣ ਗੁਰ ਪਾਈ। ਸਿੱਖ ਨੂੰ ਕੇਵਲ ਇੱਕ ਨਿਰੰਕਾਰ ਦੇ ਪੁਜਾਰੀ ਬਣਾ ਕੇ ਕੇਵਲ ਇੱਕ ਆਗੂ ਦੀ ਜਥੇਦਾਰੀ ਵਿੱਚ ਰਹਿਣਾ ਸਿਖਾਉਣ ਆਏ ਸ੍ਰੀ ਗੁਰੂ ਨਾਨਕ ਨਿਰੰਕਾਰੀ ਜੀ ਨੇ ਦੂਜੇ ਸਰੂਪ ਤੋਂ ਆਰੰਭ ਹੋ ਕੇ 10ਵੇਂ ਸਰੂਪ ਤਾਈਂ ਆਪਣੇ ਥਾਂ ਗੁਰਿਆਈ ਦੀ ਪਦਵੀ ਦਾ ਮਾਲਕ ਕੇਵਲ ਇੱਕ ਹੀ ਚੁਣਨਾ ਸੀ। ਜਦ 10ਵੇਂ ਜਾਮੇ ਤੱਕ ਆਪਣੇ ਨਿਰੰਕਾਰ ਦੇ ਹੁਕਮ ਦੀ ਪਾਲਣਾ ਕਰ ਲਈ ਤਦ ਜਗਤ ਨੂੰ ਸੁਚੱਜੀ ਜੀਵਨ ਜੁਗਤ ਸਿਖਾਉਣ ਵਾਲੇ ਅਤੇ ਬ੍ਰਹਮ ਗਿਆਨ ਦੀ ਸਿੱਖਿਆ ਦੇ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ 10 ਸਰੂਪਾਂ ਦੀ ਜੋਤ ਦੀ ਮਾਲਕੀ ਸੌਂਪ ਦਿੱਤੀ। ਗੁਰਮਤਿ ਰਹਿਤ ਮਰਜ਼ਾਦਾ ਦੀ ਨਿਗਰਾਨੀ ਅਤੇ ਔਕੜਾਂ ਪੈਣ ਸਮੇਂ ਪੰਥ ਦੀ ਜਿਹੜੀ ਅਗਵਾਈ ਪੰਜ ਭੂਤਿਕ ਸਰੀਰ ਦੁਆਰਾ ਸਤਿਗੁਰ ਜੀ ਆਪ ਕਰਦੇ ਰਹੇ ਸਨ ਉਹ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸਨ ਕਰ ਸਕਦੇ। ਇਸ ਲਈ ਪੰਥ ਨੂੰ ਗੁਰਗੱਦੀ ਦਾ ਭਾਈਵਾਲ ਬਣਾ ਕੇ ਗੁਰਮਤਿ ਅਤੇ ਗੁਰਮਤਿ ਮਰਜ਼ਾਦਾ ਦੀ ਸੰਭਾਲ ਕਰੀ ਰੱਖਣ ਦੀ ਜ਼ਿੰਮੇਵਾਰੀ ਸੌਂਪਣੀ ਸੀ। ਆਪਣੇ ਨਿਰੰਕਾਰ ਦੇ ਬਣਾਏ ਨਿਯਮ ਦੀ ਪਾਲਣਾ ਕਰਦਿਆਂ ਹੋਇਆਂ 10ਵੇਂ ਗੁਰੂ ਨਾਨਕ ਨਿਰੰਕਾਰੀ ਜੀ ਨੇ ਪੰਥ ਵਿੱਚੋਂ 5 ਤਿਆਗੀ ਗੁਰਮੁਖਾਂ ਦੀ ਪੰਚਾਇਤ ਚੁਣ ਕੇ ਪੰਜੀ ਪਰਮੇਸ਼ਰ ਵਾਲੀ ਗੱਲ ਪੂਰੀ ਕਰ ਲਈ। 6ਵੇਂ ਸੀਸ ਦੀ ਮੰਗ ਕਰਨ ਦੀ ਲੋੜ ਰਹਿ ਹੀ ਨਹੀਂ ਗਈ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਏ, ਜਿਨ੍ਹਾਂ ਪ੍ਰਾਪਤ ਤਿਨ ਪੀਆ ਹਉਮੈ ਵਿੱਚੋਂ ਖੋਏ। ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ। ਪੰਨਾ 31। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 5ਵਾਂ। ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਚੌਥੇ ਕਾਂਡ ਦਾ 12ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।